गल करदे हां कोहिनूर हीरे दी, जिस नूं महाराजा रणजीत सिंह अपनी बांह दे नाल बन के रखदे सी। 5000 साल पहलां ये हीरा कित्थों कढ़िया गया सी? इस हीरे पिछे किन्ने बादशाहां दे कतल होए? ये हीरा जिस भी कोल गया उस दा राज भाग सब खत्म हो गया। कोहिनूर हीरे ने सब नूं बर्बाद कर दिता। सत श्री अकाल जी सारिआं नूं, तुसीं वेख रहे हो GS घड़ियाणा। ਇਹ ਹੀਰਾ 5000 ਸਾਲ ਪਹਿਲਾਂ ਗੋਲਕੁੰਡਾ ਦੀਆਂ ਕੋਲੇ ਦੀਆਂ ਖਾਨਾਂ ਵਿੱਚੋਂ ਮਿਲਿਆ ਸੀ। ਇਹ ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਦੇ ਨੇੜੇ ਆ। ਇਹ ਹੀਰਾ ਜਦੋਂ ਨਿਕਲਿਆ ਸੀ ਤਾਂ 793 ਕੈਰਟ ਦਾ ਸੀ, ਪਰ ਅੱਜ ਇਹ 106 ਕੈਰਟ ਦਾ ਰਹਿ ਗਿਆ। ਇਹ ਹੀਰਾ ਇੰਨਾ ਛੋਟਾ ਕਿਵੇਂ ਰਹਿ ਗਿਆ? ਇਸ ਵੀਡੀਓ ਵਿੱਚ ਤੁਹਾਨੂੰ ਕੋਹਿਨੂਰ ਹੀਰੇ ਦਾ ਪੂਰਾ ਇਤਿਹਾਸ ਦੱਸਾਂਗੇ। ਜਦੋਂ ਇਹ ਹੀਰਾ ਮਿਲਿਆ ਸੀ ਤਾਂ ਉੱਥੇ ਰਾਜ ਕਰਦੀ ਇੱਕ ਜਾਤੀ ਦੇ ਲੋਕਾਂ ਨੇ ਇਸ ਹੀਰੇ ਨੂੰ ਉੱਥੇ ਬਣੇ ਹੋਏ ਮੰਦਰ ਵਿੱਚ ਰੱਖੀ ਭੱਦਰਕਾਲੀ ਮਾਤਾ ਦੀ ਮੂਰਤੀ ਦੀ ਖੱਬੀ ਅੱਖ ਵਿੱਚ ਜੜ ਦਿੱਤਾ। ਬਹੁਤ ਟਾਈਮ ਇਹ ਹੀਰਾ ਉਸ ਮਾਤਾ ਦੀ ਮੂਰਤੀ ਦੀ ਅੱਖ ਵਿੱਚ ਜੜਿਆ ਰਿਹਾ। ਸਮਾਂ ਆਪਣੀ ਰਫ਼ਤਾਰ ਚੱਲਦਾ ਗਿਆ। ਫਿਰ ਅਲਾਉਦੀਨ ਖਿਲਜੀ ਭਾਰਤ 'ਤੇ ਹਮਲਾ ਕਰਦਾ। ਹਮਲਾ ਕਰਨ ਵਾਸਤੇ ਉਹ ਆਪਣੇ ਕਮਾਂਡਰ ਮਲਕ ਨੂੰ ਭੇਜਦਾ। ਮਲਕ ਉਹਨਾਂ ਲੋਕਾਂ ਨੂੰ ਹਰਾ ਕੇ ਲੁੱਟ ਕੇ ਜਦੋਂ ਵਾਪਸ ਜਾਣ ਲੱਗਦਾ ਤਾਂ ਨਿਗਾਹ ਪੈਂਦੀ ਆ ਉਸ ਮੰਦਰ ਵੱਲ, ਜਿਹੜਾ ਕਿ ਮੂਰਤੀ ਦੀ ਅੱਖ ਵਿੱਚ ਜੜੇ ਹੀਰੇ ਕਰਕੇ ਚਮਕਦਾ ਸੀ। ਜਦੋਂ ਮਲਕ ਕੋਲ ਜਾ ਕੇ ਵੇਖਦਾ ਤਾਂ ਉਸ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਜਾਂਦੀਆਂ। ਮਲਕ ਉਸ ਮੂਰਤੀ ਨੂੰ ਤੋੜ ਕੇ ਅੱਖ ਵਿੱਚੋਂ ਹੀਰਾ ਕੱਢ ਲੈਂਦਾ ਤੇ ਆਪਣੇ ਨਾਲ ਲੈ ਜਾਂਦਾ। ਇਸ ਤੋਂ ਬਾਅਦ ਅਲਾਉਦੀਨ ਖਿਲਜੀ ਦਾ ਕਤਲ ਹੋ ਜਾਂਦਾ। ਖਿਲਜੀਆਂ ਦਾ ਇੰਨਾ ਵੱਡਾ ਰਾਜ ਖਤਮ ਹੋ ਜਾਂਦਾ। ਕਈ ਇਤਿਹਾਸਕਾਰ ਇਹ ਵੀ ਲਿਖਦੇ ਆ ਕਿ ਉਸ ਦੇ ਕਮਾਂਡਰ ਨੇ ਹੀ ਅਲਾਉਦੀਨ ਖਿਲਜੀ ਦਾ ਕਤਲ ਕੀਤਾ ਤੇ ਸਾਰਾ ਰਾਜ ਭਾਗ ਸਾਂਭ ਲਿਆ। 1320 ਦੇ ਕਰੀਬ ਖਿਲਜੀਆਂ ਦੇ ਰਾਜ ਦਾ ਅੰਤ ਹੋ ਗਿਆ ਤੇ ਉਸ ਤੋਂ ਬਾਅਦ ਭਾਰਤ ਵਿੱਚ ਆਉਂਦੇ ਆ ਤੁਗਲਕ। ਉਹ ਭਾਰਤ 'ਤੇ 93 ਸਾਲ ਰਾਜ ਕਰਦੇ ਆ। ਫਿਰ ਆਉਂਦੇ ਆ ਸੈਯਦ, ਉਹ 31 ਸਾਲ ਭਾਰਤ 'ਤੇ ਰਾਜ ਕਰਦੇ ਆ। ਉਸ ਤੋਂ ਬਾਅਦ ਆਉਂਦੇ ਆ ਲੋਧੀ। ਇਹ ਤਿੰਨੋਂ ਹਮਲਾਵਰ 207 ਸਾਲ ਰਾਜ ਕਰਦੇ ਆ। ਇਹਨਾਂ 207 ਸਾਲਾਂ ਵਿੱਚ ਹੀਰਾ ਕਿਸ ਦੇ ਕੋਲ ਸੀ, ਇਹਦਾ ਇਤਿਹਾਸ ਵਿੱਚ ਕੋਈ ਜ਼ਿਕਰ ਨਹੀਂ ਮਿਲਦਾ। ਇਸ ਦੇ ਕਈ ਕਾਰਨ ਹੋ ਸਕਦੇ ਆ। ਇੱਕ ਕਾਰਨ ਇਹ ਵੀ ਹੋ ਸਕਦਾ ਕਿ 207 ਸਾਲਾਂ ਵਿੱਚ ਇਸ ਹੀਰੇ ਬਾਰੇ ਕਿਸੇ ਨੂੰ ਪਤਾ ਹੀ ਨਾ ਹੋਵੇ, ਜਾਂ ਦੁਨੀਆ ਦੇ ਇਸ ਬੇਸ਼ਕੀਮਤੀ ਹੀਰੇ ਬਾਰੇ ਕੋਈ ਜਾਣਦਾ ਹੀ ਨਾ ਹੋਵੇ। ਉਸ ਤੋਂ ਬਾਅਦ ਭਾਰਤ 'ਤੇ ਬਾਬਰ ਹਮਲਾ ਕਰਦਾ। ਬਾਬਰ ਤੋਂ ਪਹਿਲਾਂ ਬਾਬਰ ਦਾ ਪਿਓ ਤੈਮੂਰ ਵੀ ਭਾਰਤ 'ਤੇ ਹਮਲਾ ਕਰਦਾ ਤੇ ਮੁਹੰਮਦ ਬਿਨ ਤੁਗਲਕ ਨੂੰ ਹਰਾ ਕੇ ਦਿੱਲੀ ਨੂੰ ਲੁੱਟਦਾ, ਜਿਸ ਨੂੰ ਤੈਮੂਰ ਲੰਗ ਵੀ ਆਖਿਆ ਜਾਂਦਾ। ਤੈਮੂਰ ਲੰਗ ਬਾਰੇ ਮੈਂ ਪਹਿਲਾਂ ਵੀ ਇੱਕ ਵੀਡੀਓ ਅਪਲੋਡ ਕੀਤੀ ਹੋਈ ਆ, ਉਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇ ਦਿੱਤਾ ਤੇ ਤੁਸੀਂ ਇਸ ਵੀਡੀਓ ਤੋਂ ਬਾਅਦ ਉਹ ਵੀਡੀਓ ਵੀ ਦੇਖ ਸਕਦੇ ਹੋ। ਬਾਬਰ ਦੀ ਇਬਰਾਹਿਮ ਲੋਧੀ ਨਾਲ ਪਾਣੀਪਤ ਵਿੱਚ ਬਹੁਤ ਜ਼ਬਰਦਸਤ ਜੰਗ ਹੁੰਦੀ ਆ। ਬਾਬਰ ਇਬਰਾਹਿਮ ਲੋਧੀ ਨੂੰ ਬੁਰੀ ਤਰ੍ਹਾਂ ਹਰਾ ਦਿੰਦਾ। ਭਾਰਤ ਵਿੱਚ ਬਾਬਰ ਨੇ ਹੀ ਮੁਗਲ ਸਲਤਨਤ ਕਾਇਮ ਕੀਤੀ। ਬਾਬਰ ਆਪਣੇ ਪੁੱਤਰ ਹਮਾਯੂ ਨੂੰ ਆਗਰੇ ਭੇਜਦਾ। ਉਸ ਟਾਈਮ ਲੋਧੀਆਂ ਦਾ ਜੋ ਵੀ ਖਜ਼ਾਨਾ ਹੁੰਦਾ ਸੀ ਉਹ ਜ਼ਿਆਦਾਤਰ ਆਗਰੇ ਵਿੱਚ ਹੀ ਹੁੰਦਾ ਸੀ। ਹੁਣ ਇੱਥੇ ਇਤਿਹਾਸਕਾਰਾਂ ਦੇ ਦੋ ਮਤ ਆ। ਇੱਕ ਤਾਂ ਲਿਖਦੇ ਆ ਕਿ ਜਦੋਂ ਬਾਬਰ ਨੇ ਇਬਰਾਹਿਮ ਲੋਧੀ ਨੂੰ ਹਰਾਇਆ ਤਾਂ ਲੋਧੀ ਨੇ ਹੀਰਾ ਬਾਬਰ ਨੂੰ ਦੇ ਦਿੱਤਾ। ਦੂਜੇ ਪਾਸੇ ਲਿਖਦੇ ਆ ਕਿ ਜਦੋਂ ਹਮਾਯੂ ਆਗਰੇ ਪਹੁੰਚਦਾ ਤਾਂ ਉਸ ਨੂੰ ਖਜ਼ਾਨੇ ਦੇ ਨਾਲ ਨਾਲ ਹੀਰਾ ਵੀ ਮਿਲਦਾ ਤੇ ਉਹ ਹੀਰਾ ਆਪਣੇ ਕਬਜ਼ੇ ਵਿੱਚ ਲੈ ਲੈਂਦਾ। ਜੋ ਮਰਜ਼ੀ ਹੋਵੇ, ਮੁੱਕਦੀ ਗੱਲ ਹੀਰਾ ਬਾਬਰ ਕੋਲ ਆ ਗਿਆ। ਬਾਬਰ ਕੋਲ ਆਉਣ ਤੱਕ ਇਸ ਹੀਰੇ ਦਾ ਕੋਈ ਨਾਮ ਨਹੀਂ ਸੀ। ਇਸ ਗੱਲ ਦਾ ਜ਼ਿਕਰ ਬਾਬਰਨਾਮੇ ਵਿੱਚ ਮਿਲਦਾ ਜੋ ਬਾਬਰ ਦੀ ਜੀਵਨੀ ਬਾਰੇ ਲਿਖਿਆ ਗਿਆ। ਬਾਬਰ ਦੀ ਮੌਤ ਤੋਂ ਬਾਅਦ ਇਹ ਹੀਰਾ ਆਉਂਦਾ ਉਸ ਦੇ ਪੁੱਤਰ ਹਮਾਯੂ ਕੋਲ। 10 ਸਾਲਾਂ ਬਾਅਦ ਸ਼ੇਰ ਸ਼ਾਹ ਸੂਰੀ, ਜਿਹੜਾ ਕਿ ਬਾਬਰ ਦਾ ਹੀ ਕਮਾਂਡਰ ਸੀ, ਉਹ ਹਮਾਯੂ ਨੂੰ ਹਰਾ ਦਿੰਦਾ। ਹਮਾਯੂ ਜੰਗ ਦੇ ਮੈਦਾਨ ਵਿੱਚੋਂ ਭੱਜਦਾ ਹੋਇਆ ਜਾਂਦਾ ਸਿੱਖਾਂ ਦੇ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਕੋਲ। ਫਿਰ ਭਾਰਤ 'ਚੋਂ ਭੱਜ ਕੇ ਜਾਂਦਾ ਈਰਾਨ ਤੇ ਫਿਰ ਈਰਾਨ ਦੇ ਬਾਦਸ਼ਾਹ ਸ਼ਾਹ ਤਮਸ ਨੂੰ ਮਿਲਦਾ। ਸ਼ਾਹ ਤਮਸ ਹਮਾਯੂ ਦੀ ਬਹੁਤ ਮਦਦ ਕਰਦਾ। ਹਮਾਯੂ ਈਰਾਨ ਵਿੱਚ ਰਹਿ ਕੇ ਆਪਣੀ ਫੌਜ ਇਕੱਠੀ ਕਰਦਾ ਤੇ ਫਿਰ ਭਾਰਤ 'ਤੇ ਹਮਲਾ ਕਰਦਾ ਤੇ ਬਾਦਸ਼ਾਹ ਬਣ ਜਾਂਦਾ। ਈਰਾਨ ਤੋਂ ਵਾਪਸ ਆਉਂਦੇ ਸਮੇਂ ਹਮਾਯੂ ਇਹ ਬੇਸ਼ਕੀਮਤੀ ਹੀਰਾ ਦੇ ਦਿੰਦਾ ਈਰਾਨ ਦੇ ਬਾਦਸ਼ਾਹ ਨੂੰ ਕਿ ਤੂੰ ਮੇਰੀ ਬਹੁਤ ਮਦਦ ਕੀਤੀ ਆ। ਇਹ ਪਹਿਲੀ ਵਾਰ ਹੋਇਆ ਕਿ ਭਾਰਤ ਦੇ ਇਸ ਹੀਰੇ ਦਾ ਮਾਲਕ ਕੋਈ ਬਾਹਰ ਦਾ ਬਣਿਆ ਹੋਵੇ। ਸ਼ਾਹ ਤਮਸ ਫੈਸਲਾ ਕਰਦਾ ਦੱਖਣ ਭਾਰਤ ਦੇ ਵਿੱਚ ਅਹਿਮਦਨਗਰ ਵਿੱਚ ਇੱਕ ਸੁਲਤਾਨ ਨੂੰ ਇਹ ਹੀਰਾ ਗਿਫਟ ਕਰਨ ਲਈ, ਕਿਉਂਕਿ ਉਸ ਟਾਈਮ ਸ਼ੀਆ ਤੇ ਸੁੰਨੀ ਮੁਸਲਮਾਨਾਂ ਦਾ ਬਹੁਤ ਕਲੈਸ਼ ਚੱਲ ਰਿਹਾ ਸੀ। ਸ਼ਾਹ ਤਮਸ ਆਪਣੇ ਕਿਸੇ ਭਰੋਸੇਯੋਗ ਦੂਤ ਨੂੰ ਚੁਣਦਾ ਕਾਫਲੇ ਦੇ ਨਾਲ ਇਹ ਹੀਰਾ ਭਾਰਤ ਲਿਜਾਣ ਵਾਸਤੇ, ਪਰ ਉਹ ਦੂਤ ਰਾਹ ਵਿੱਚੋਂ ਹੀ ਗਾਇਬ ਹੋ ਜਾਂਦਾ। ਬੜਾ ਲੱਭਿਆ ਜਾਂਦਾ, ਨਾ ਉਹ ਦੂਤ ਮਿਲਦਾ ਤੇ ਨਾ ਹੀਰਾ।
ਸਮਾਂ ਅੱਗੇ ਲੰਘਦਾ 100 ਸਾਲ ਬੀਤ ਜਾਂਦੇ ਆ। ਇਸ ਹੀਰੇ ਨਾਲ ਜੁੜੇ ਸਾਰੇ ਲੋਕ ਦੁਨੀਆ ਛੱਡ ਜਾਂਦੇ ਆ। ਕਿਸੇ ਨੂੰ ਯਾਦ ਵੀ ਨਹੀਂ ਰਹਿੰਦਾ ਇਸ ਹੀਰੇ ਬਾਰੇ। ਹੀਰਾ ਲੋਕਾਂ ਦੇ ਜ਼ਿਹਨ 'ਚੋਂ ਵੀ ਬਾਹਰ ਨਿਕਲ ਜਾਂਦਾ। ਗਾਇਬ ਹੋਣ ਤੋਂ 100 ਸਾਲ ਬਾਅਦ ਹੀਰਾ ਕਰਨਾਟਕ ਦੇ ਇੱਕ ਹੀਰਿਆਂ ਦੇ ਵਪਾਰੀ ਮੀਰ ਜੁਮਲਾ ਕੋਲ ਵੇਖਿਆ ਜਾਂਦਾ। ਮੀਰ ਜੁਮਲਾ ਬਹੁਤ ਅਮੀਰ ਵਪਾਰੀ ਸੀ। ਇਹ ਈਰਾਨ ਦਾ ਰਹਿਣ ਵਾਲਾ ਸੀ ਤੇ ਪਹਿਲਾਂ ਕਾਲਾ ਬਾਜ਼ਾਰੀ ਕਰਦਾ ਸੀ। ਫਿਰ ਮੀਰ ਜੁਮਲਾ ਨੂੰ ਡਰ ਪੈਂਦਾ ਉੱਥੋਂ ਦੇ ਹੁਕਮਰਾਨਾਂ ਦਾ ਕਿ ਇਹ ਮੇਰੀ ਜਾਇਦਾਦ ਦੱਬਣਗੇ। ਹੁਕਮਰਾਨਾਂ ਨੂੰ ਵੀ ਡਰ ਪੈ ਗਿਆ ਕਿ ਇਹ ਬੰਦਾ ਇੰਨਾ ਗਰੋ ਕਰ ਰਿਹਾ। ਮੀਰ ਜੁਮਲਾ ਸੋਚਦਾ ਕਿ ਇਸ ਤੋਂ ਪਹਿਲਾਂ ਕਿ ਇਹ ਮੇਰੀ ਪ੍ਰਾਪਰਟੀ ਜਾਂ ਵਪਾਰ ਤੇ ਅੱਖ ਰੱਖਣ, ਮੈਨੂੰ ਇਹਨਾਂ ਦੇ ਆਕਾ ਜਾਂ ਬਾਦਸ਼ਾਹ ਨੂੰ ਮਿਲਣਾ ਚਾਹੀਦਾ। ਮੀਰ ਜੁਮਲਾ ਕਰਨਾਟਕ ਤੋਂ ਦਿੱਲੀ ਆਉਂਦਾ ਸ਼ਾਹਜਹਾਨ ਕੋਲ। ਜਦੋਂ ਕੋਈ ਵੀ ਬਾਦਸ਼ਾਹ ਨੂੰ ਮਿਲਦਾ ਤਾਂ ਨਜ਼ਰਾਨਾ ਲੈ ਕੇ ਜਾਂਦਾ, ਤਾਂ ਮੀਰ ਜੁਮਲਾ ਵੀ ਇਹ ਬੇਸ਼ਕੀਮਤੀ ਹੀਰਾ ਸ਼ਾਹਜਹਾਨ ਨੂੰ ਨਜ਼ਰਾਨੇ ਵਜੋਂ ਭੇਂਟ ਕਰਦਾ। ਜਦੋਂ ਹੀਰਾ ਸ਼ਾਹਜਹਾਨ ਕੋਲ ਪਹੁੰਚਣ ਦੀ ਗੱਲ ਤੁਰੀ ਤਾਂ ਪਤਾ ਲੱਗਿਆ ਕਿ ਇਹ ਉਹੀ ਹੀਰਾ ਜੋ 100 ਸਾਲ ਪਹਿਲਾਂ ਗੁੰਮ ਹੋ ਗਿਆ ਸੀ। ਇੱਥੇ ਵੀ ਇਤਿਹਾਸਕਾਰਾਂ ਦੇ ਦੋ ਮਤ ਆ। ਕਈ ਲਿਖਦੇ ਆ ਕਿ ਇਹ ਉਹ ਹੀਰਾ ਨਹੀਂ। ਸ਼ਾਹਜਹਾਨ ਦੀ ਮੌਤ ਤੋਂ ਬਾਅਦ ਇਹ ਹੀਰਾ ਜਾਂਦਾ ਉਹਦੇ ਪੁੱਤਰ ਔਰੰਗਜ਼ੇਬ ਕੋਲ ਤੇ ਉਹ ਹੀਰੇ ਨੂੰ ਤਰਾਸ਼ਣਾ ਚਾਹੁੰਦਾ। ਹੀਰੇ ਨੂੰ ਤਰਾਸ਼ਣ ਲਈ ਹੀਰਿਆਂ ਦੇ ਐਕਸਪਰਟ ਨੂੰ ਬੁਲਾਇਆ ਜਾਂਦਾ। ਉਸ ਜੌਹਰੀ ਤੋਂ ਤਰਾਸ਼ਣ ਵੇਲੇ ਹੀਰਾ ਟੁੱਟ ਜਾਂਦਾ। ਜੌਹਰੀ ਬੜੀ ਚਲਾਕੀ ਨਾਲ ਜੋ ਟੁੱਟੇ ਹੋਏ ਹੀਰੇ ਦੇ ਵੱਡੇ ਭਾਗ ਨੂੰ ਚੰਗੀ ਤਰ੍ਹਾਂ ਤਰਾਸ਼ ਕੇ ਔਰੰਗਜ਼ੇਬ ਸਾਹਮਣੇ ਪੇਸ਼ ਕਰਦਾ। 793 ਕੈਰਟ ਦਾ ਹੀਰਾ ਜੌਹਰੀ ਤਰਾਸ਼ ਕੇ 186 ਕੈਰਟ ਦਾ ਬਣਾ ਦਿੰਦਾ। ਔਰੰਗਜ਼ੇਬ ਨੂੰ ਬਹੁਤ ਗੁੱਸਾ ਆਉਂਦਾ। ਔਰੰਗਜ਼ੇਬ ਨੇ ਉਸ ਜੌਹਰੀ ਨੂੰ ਇਨਾਮ ਤਾਂ ਕੀ ਦੇਣਾ ਸੀ, ਸਗੋਂ ਉਸ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਤੇ ਉਸ ਨੂੰ ਜੇਲ੍ਹ ਵਿੱਚ ਬੰਦ ਕਰ ਦਿੰਦਾ। ਹੁਣ ਇਹ ਦੁਨੀਆ ਦਾ ਸਭ ਤੋਂ ਵੱਡਾ ਹੀਰਾ ਤਾਂ ਨਹੀਂ ਰਹਿੰਦਾ, ਪਰ ਚਮਕ ਵਿੱਚ ਅਜੇ ਵੀ ਸਭ ਤੋਂ ਅੱਗੇ ਸੀ। ਔਰੰਗਜ਼ੇਬ ਕੋਲ ਇੱਕ ਤਖਤੇ ਤਾਊਸ ਸੀ। ਇਸ ਤਖਤੇ ਤਾਊਸ ਨੂੰ ਬਣਾਉਣ ਵਾਸਤੇ 11 ਕੁਇੰਟਲ ਸੋਨਾ ਲੱਗਿਆ ਸੀ। ਇਸ ਦੇ ਉੱਪਰ 2 ਮੋਰ ਬਣਾਏ ਗਏ। ਔਰੰਗਜ਼ੇਬ ਉਸ ਮੋਰ ਦੀ ਅੱਖ ਵਿੱਚ ਇਹ ਹੀਰਾ ਜੜ ਦਿੰਦਾ। ਔਰੰਗਜ਼ੇਬ ਦੀ ਮੌਤ ਤੋਂ ਬਾਅਦ ਹੀਰਾ ਚਲਿਆ ਜਾਂਦਾ ਉਸ ਦੇ ਪੁੱਤਰ ਬਹਾਦਰ ਸ਼ਾਹ ਜ਼ਫਰ ਕੋਲ। ਬਹਾਦਰ ਸ਼ਾਹ ਜ਼ਫਰ ਤੋਂ ਬਾਅਦ 3-4 ਰਾਜੇ ਹੋਰ ਆਏ ਤੇ ਫਿਰ ਹੀਰਾ ਚਲਿਆ ਜਾਂਦਾ ਮੁਹੰਮਦ ਸ਼ਾਹ ਰੰਗੀਲਾ ਕੋਲ। ਮੁਹੰਮਦ ਸ਼ਾਹ ਰੰਗੀਲਾ ਬੜਾ ਆਲਸੀ, ਅਯਾਸ਼ ਤੇ ਨਖਿੱਧ ਬੰਦਾ ਸੀ। ਉਸ ਦਾ ਨਾਮ ਮੁਹੰਮਦ ਸ਼ਾਹ ਹੀ ਸੀ। ਰੰਗੀਲਾ ਉਸ ਨੂੰ ਇਸ ਕਰਕੇ ਆਖਿਆ ਜਾਂਦਾ ਸੀ ਕਿਉਂਕਿ ਉਹ ਹਰ ਸਮੇਂ ਰੰਗਰਲੀਆਂ ਮਨਾਉਂਦਾ ਰਹਿੰਦਾ ਸੀ। ਇਹ ਉਹ ਸਮਾਂ ਸੀ ਜਦੋਂ ਹੀਰਾ ਭਾਰਤ ਤੋਂ ਬਾਹਰ ਜਾਣ ਵਾਲਾ ਸੀ। ਈਰਾਨ ਦਾ ਬਾਦਸ਼ਾਹ ਨਾਦਰ ਸ਼ਾਹ ਦਰਾਨੀ ਆਪਣੀ 1.5 ਲੱਖ ਦੀ ਫੌਜ ਲੈ ਕੇ ਭਾਰਤ 'ਤੇ ਹਮਲਾ ਕਰਦਾ ਤੇ ਮੁਹੰਮਦ ਸ਼ਾਹ ਦੀ 10 ਲੱਖ ਫੌਜ ਨੂੰ ਹਰਾ ਦਿੰਦਾ। ਫਿਰ ਦਿੱਲੀ ਵਿੱਚ 30,000 ਲੋਕਾਂ ਦਾ ਕਤਲ ਕਰਦਾ। ਮੁਹੰਮਦ ਸ਼ਾਹ ਰੰਗੀਲਾ ਨਾਦਰ ਸ਼ਾਹ ਅੱਗੇ ਆਪਣੀ ਪੱਗ ਰੱਖਦਾ ਕਿ ਤੂੰ ਜੋ ਵੀ ਲੁੱਟਣਾ ਲੁੱਟ ਲੈ, ਜੋ ਸਜ਼ਾ ਦੇਣੀ ਆ ਸਾਨੂੰ ਦੇ ਦੇ, ਪਰ ਦਿੱਲੀ ਦੇ ਲੋਕਾਂ ਦਾ ਕੀ ਕਸੂਰ ਆ, ਉਹਨਾਂ ਨੂੰ ਛੱਡ ਦੇ। ਵੀਡੀਓ ਨੂੰ ਅੱਗੇ ਵੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਬੈਲ ਆਈਕਨ ਦੇ ਬਟਨ ਤੇ ਵੀ ਕਲਿੱਕ ਕਰ ਲਓ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦਾ ਰਹੇ। ਤਾਂ ਨਾਦਰ ਸ਼ਾਹ ਕਹਿੰਦਾ ਕਿ ਚਲੋ ਠੀਕ ਆ, ਤੁਸੀਂ ਮੈਨੂੰ 90 ਕਰੋੜ ਰੁਪਇਆ ਪੇਸ਼ ਕਰੋ। ਮੈਂ ਤੁਹਾਨੂੰ ਵੀ ਕੁਝ ਨਹੀਂ ਕਹਿੰਦਾ, ਕਤਲੇਆਮ ਵੀ ਨਹੀਂ ਕਰਦਾ ਤੇ ਕਿਸੇ ਨੂੰ ਲੁੱਟਦਾ ਵੀ ਨਹੀਂ। ਮੁਹੰਮਦ ਸ਼ਾਹ ਨਾਦਰ ਸ਼ਾਹ ਨੂੰ 70 ਕਰੋੜ ਰੁਪਇਆ ਦਾ ਖਜ਼ਾਨਾ ਪੇਸ਼ ਕਰਦਾ ਤੇ 20 ਕਰੋੜ ਰੁਪਏ ਲੋਕਾਂ ਤੋਂ ਇਕੱਠੇ ਕਰਕੇ 90 ਕਰੋੜ ਨਾਦਰ ਸ਼ਾਹ ਦੇ ਅੱਗੇ ਪੇਸ਼ ਕਰਦਾ ਤੇ ਮੁਹੰਮਦ ਸ਼ਾਹ ਹੀਰਾ ਮੋਰ ਦੀ ਅੱਖ ਵਿੱਚੋਂ ਕੱਢ ਕੇ ਆਪਣੀ ਪੱਗ ਵਿੱਚ ਲੁਕੋ ਲੈਂਦਾ। ਨਾਦਰ ਸ਼ਾਹ ਆਪਣੇ ਜਰਨੈਲਾਂ ਨਾਲ ਜਸ਼ਨ ਮਨਾ ਰਿਹਾ ਹੁੰਦਾ। ਇੱਕ ਨੱਚਣ ਵਾਲੀ ਜੋ ਪਹਿਲਾਂ ਮੁਹੰਮਦ ਸ਼ਾਹ ਅੱਗੇ ਨੱਚਦੀ ਸੀ, ਅੱਜ ਨਾਦਰ ਸ਼ਾਹ ਅੱਗੇ ਨੱਚ ਰਹੀ ਆ ਤੇ ਉਹ ਨਾਦਰ ਸ਼ਾਹ ਨੂੰ ਕਹਿੰਦੀ ਆ ਕਿ ਤੂੰ 90 ਕਰੋੜ ਲੈ ਕੇ ਖੁਸ਼ ਹੋਇਆ ਫਿਰਦਾ, ਅਸਲੀ ਚੀਜ਼ ਤਾਂ ਤੈਨੂੰ ਅਜੇ ਮਿਲੀ ਨਹੀਂ ਜਿਹੜੀ ਮੁਹੰਮਦ ਸ਼ਾਹ ਨੇ ਆਪਣੀ ਪੱਗ ਵਿੱਚ ਲੁਕੋਈ ਆ। ਅਗਲੇ ਦਿਨ ਨਾਦਰ ਸ਼ਾਹ ਇੱਕ ਚਲਾਕੀ ਖੇਡਦਾ। ਮੁਹੰਮਦ ਸ਼ਾਹ ਨੂੰ ਕਹਿੰਦਾ ਕਿ ਅੱਜ ਤੋਂ ਆਪਾਂ ਭਰਾ ਬਣ ਗਏ। ਸਾਡੇ ਰਿਵਾਜ ਆ ਕਿ ਜਦੋਂ ਕੋਈ ਕਿਸੇ ਨੂੰ ਭਰਾ ਬਣਾਉਂਦਾ ਤਾਂ ਆਪਸ ਵਿੱਚ ਪੱਗ ਵਟਾ ਲੈਂਦੇ ਆ। ਤੁਹਾਨੂੰ ਇਹ ਵੀ ਦੱਸ ਦਈਏ ਕਿ ਕਈ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਕਿ ਇਹ ਪੱਗ ਵਟਾਉਣ ਦਾ ਰਿਵਾਜ ਨਾਦਰ ਸ਼ਾਹ ਤੋਂ ਹੀ ਚੱਲਿਆ ਸੀ। ਨਾਦਰ ਸ਼ਾਹ ਆਪਣੀ ਪੱਗ ਮੁਹੰਮਦ ਸ਼ਾਹ ਦੇ ਸਿਰ ਤੇ ਰੱਖ ਦਿੰਦਾ ਤੇ ਮੁਹੰਮਦ ਸ਼ਾਹ ਆਪਣੀ ਪੱਗ ਨਾਦਰ ਸ਼ਾਹ ਨੂੰ ਦੇ ਦਿੰਦਾ। ਜਦੋਂ ਨਾਦਰ ਸ਼ਾਹ ਪੱਗ ਵਿੱਚੋਂ ਹੀਰਾ ਕੱਢਦਾ ਤਾਂ ਉਹਦੀਆਂ ਅੱਖਾਂ ਅੱਡੀਆਂ ਹੀ ਰਹਿ ਜਾਂਦੀਆਂ। ਉਸ ਹੀਰੇ ਦੀ ਚਮਕ ਇੰਨੀ ਸੀ ਕਿ ਨਾਦਰ ਸ਼ਾਹ ਦੇ ਮੂੰਹੋਂ ਨਿਕਲਿਆ ਕੋਹੇ ਨੂਰ। ਕੋਹੇ ਦਾ ਮਤਲਬ ਪਹਾੜ ਤੇ ਨੂਰ ਦਾ ਮਤਲਬ ਰੋਸ਼ਨੀ, ਮਤਲਬ ਰੋਸ਼ਨੀ ਦਾ ਪਹਾੜ। ਹਜ਼ਾਰਾਂ ਸਾਲਾਂ ਦਾ ਸਫ਼ਰ ਤੈਅ ਕਰਕੇ ਇਸ ਹੀਰੇ ਨੂੰ ਇੱਕ ਨਾਮ ਮਿਲ ਜਾਂਦਾ, ਕੋਹੇ ਨੂਰ ਹੀਰਾ। ਨਾਦਰ ਸ਼ਾਹ 90 ਕਰੋੜ ਦਾ ਖਜ਼ਾਨਾ, ਤਖਤੇ ਤਾਊਸ ਤੇ ਕੋਹੇ ਨੂਰ ਹੀਰਾ ਲੈ ਕੇ ਪਹੁੰਚਦਾ ਈਰਾਨ। ਤੁਸੀਂ ਵੇਖੋ 90 ਕਰੋੜ ਰੁਪਇਆ ਅੱਜ ਦਾ ਮਾਨ ਨਹੀਂ ਤੇ ਉਸ ਟਾਈਮ 90 ਕਰੋੜ ਕਿੰਨਾ ਹੋਵੇਗਾ। ਪਰ ਨਾਦਰ ਸ਼ਾਹ ਕੋਲ ਹੀਰਾ ਆਉਣ ਨਾਲ ਉਹ ਹੋਰ ਔਖਾ ਹੋ ਗਿਆ। ਕੋਹੇ ਨੂਰ ਹੀਰਾ ਨਾਦਰ ਸ਼ਾਹ ਕੋਲ ਆਉਣ ਤੋਂ 7 ਸਾਲ ਬਾਅਦ ਹੀ ਨਾਦਰ ਸ਼ਾਹ ਨੂੰ ਸੁੱਤੇ ਪਏ ਨੂੰ ਹੀ ਕਤਲ ਕਰ ਦਿੱਤਾ ਜਾਂਦਾ ਤੇ ਹੀਰਾ ਆ ਜਾਂਦਾ ਉਹਦੇ ਭਰਾ ਅਲੀ ਸ਼ਾਹ ਕੋਲ। ਇੱਥੋਂ ਸ਼ੁਰੂ ਹੁੰਦੀਆਂ ਲੜਾਈਆਂ ਕੋਹੇ ਨੂਰ ਹੀਰੇ ਨੂੰ ਹਾਸਲ ਕਰਨ ਲਈ।
ਅਲੀ ਸ਼ਾਹ ਨੂੰ ਹੀਰੇ ਦੇ ਲਈ ਕੈਦ ਕਰ ਲਿਆ ਜਾਂਦਾ। ਅਲੀ ਸ਼ਾਹ ਦੀਆਂ ਅੱਖਾਂ ਕੱਢ ਦਿੱਤੀਆਂ ਜਾਂਦੀਆਂ ਕਿ ਦੱਸ ਹੀਰਾ ਕਿੱਥੇ ਆ। ਫਿਰ ਕੋਹਿਨੂਰ ਹੀਰਾ ਆ ਜਾਂਦਾ ਨਾਦਰ ਸ਼ਾਹ ਦੇ ਪੋਤੇ ਸ਼ਾਹਰੁਖ ਮਿਰਜ਼ਾ ਕੋਲ। ਸ਼ਾਹਰੁਖ ਮਿਰਜ਼ਾ ਨਾਲ ਵੀ ਇਹੀ ਹੁੰਦਾ, ਉਹਦੇ ਨਾਲ ਦਾ ਹੀ ਉਸ ਨੂੰ ਕੈਦ ਕਰ ਲੈਂਦਾ। ਸ਼ਾਹਰੁਖ ਮਿਰਜ਼ਾ ਦੇ ਸਿਰ ਵਿੱਚ ਗਰਮ ਲੋਹਾ ਪਿਘਲਾ ਕੇ ਪਾਇਆ ਜਾਂਦਾ ਕਿ ਦੱਸ ਹੀਰਾ ਕਿੱਥੇ ਆ। ਪਰ ਇਸ ਤੋਂ ਪਹਿਲਾਂ ਸ਼ਾਹਰੁਖ ਮਿਰਜ਼ਾ ਨੇ ਉਹ ਹੀਰਾ ਆਪਣੇ ਦਾਦੇ ਦੇ ਵਫਾਦਾਰ ਸਿਪਾਹੀ ਅਹਿਮਦ ਸ਼ਾਹ ਅਬਦਾਲੀ ਨੂੰ ਦੇ ਦਿੱਤਾ ਸੀ ਤੇ ਫਿਰ ਅਬਦਾਲੀ ਦਰਾਨੀ ਸਾਮਰਾਜ ਨੂੰ ਕਾਇਮ ਕਰਦਾ। ਅਹਿਮਦ ਸ਼ਾਹ ਅਬਦਾਲੀ ਹਮਲਾ ਕਰਦਾ ਭਾਰਤ ਤੇ ਹਰੇਕ ਹਮਲੇ ਵਿੱਚ ਉਹ ਕੋਹਿਨੂਰ ਹੀਰਾ ਆਪਣੀ ਬਾਂਹ ਦੇ ਨਾਲ ਬੰਨ੍ਹ ਕੇ ਰੱਖਦਾ। ਅਬਦਾਲੀ ਤੋਂ ਇਹ ਹੀਰਾ ਕੋਈ ਨਹੀਂ ਖੋਹ ਸਕਿਆ। ਅਬਦਾਲੀ ਦੀ ਮੌਤ ਤੋਂ ਬਾਅਦ ਇਹ ਹੀਰਾ ਚਲਾ ਜਾਂਦਾ ਉਹਦੇ ਪੁੱਤਰ ਤੈਮੂਰ ਕੋਲ ਤੇ ਉਸ ਤੋਂ ਬਾਅਦ ਤੈਮੂਰ ਦੇ ਪੁੱਤਰ ਸ਼ਾਹਜਮਾਨ ਕੋਲ। ਇਹ ਉਹੀ ਸ਼ਾਹਜਮਾਨ ਸੀ ਜਿਸ ਨੂੰ ਹਰਾ ਕੇ 19 ਸਾਲ ਦਾ ਨੌਜਵਾਨ ਰਣਜੀਤ ਸਿੰਘ ਪੰਜਾਬ ਦਾ ਮਹਾਰਾਜਾ ਬਣਿਆ ਸੀ। ਸ਼ਾਹਜਮਾਨ ਲਈ ਵੀ ਇਹ ਮੁਸੀਬਤਾਂ ਹੀ ਲੈ ਕੇ ਆਇਆ। ਇਸ ਹੀਰੇ ਲਈ ਸ਼ਾਹਜਮਾਨ ਨੂੰ ਵੀ ਇੱਕ ਕਿਲੇ ਵਿੱਚ ਕੈਦ ਕਰ ਲਿਆ ਜਾਂਦਾ। ਪਰ ਕੈਦ ਹੋਣ ਤੋਂ ਪਹਿਲਾਂ ਹੀ ਸ਼ਾਹਜਮਾਨ ਇੱਕ ਚਲਾਕੀ ਕਰਦਾ। ਉਹਨੂੰ ਪਤਾ ਸੀ ਕਿ ਕੋਹਿਨੂਰ ਹੀਰੇ ਲਈ ਕਿੰਨੇ ਕਤਲ ਹੋਏ, ਕਿੰਨੇ ਬਾਦਸ਼ਾਹਾਂ ਨੂੰ ਮਾਰ ਦਿੱਤਾ ਗਿਆ। ਕੋਹਿਨੂਰ ਹੀਰੇ ਨੂੰ ਸ਼ਾਹਜਮਾਨ ਉੱਥੇ ਹੀ ਕਿਲੇ ਦੀ ਕੰਧ ਵਿੱਚ ਇੱਕ ਦਰਾੜ ਵਿੱਚ ਲੁਕੋ ਦਿੰਦਾ। ਉਸ ਤੋਂ ਬਾਅਦ ਸ਼ਾਹਜਮਾਨ ਨੂੰ ਕੈਦ ਕਰ ਲਿਆ ਜਾਂਦਾ ਤੇ ਤਸੀਹੇ ਦਿੱਤੇ ਜਾਂਦੇ ਆ ਕਿ ਦੱਸ ਹੀਰਾ ਕਿੱਥੇ ਆ। ਪਰ ਜੇ ਹੀਰਾ ਹੋਵੇ ਤਾਂ ਮਿਲੇ। ਸ਼ਾਹਜਮਾਨ ਨੂੰ ਮਾਰ ਦਿੱਤਾ ਜਾਂਦਾ। ਸ਼ਾਹਜਮਾਨ ਦਾ ਛੋਟਾ ਭਰਾ ਸ਼ਾਹ ਸੁਜਾ ਉਸ ਕਿਲੇ ਤੇ ਹਮਲਾ ਕਰਦਾ। ਜਦੋਂ ਉਹਨੂੰ ਪਤਾ ਲੱਗਦਾ ਕਿ ਮੇਰੇ ਭਰਾ ਨੂੰ ਮਾਰ ਦਿੱਤਾ ਤਾਂ ਗੁੱਸੇ ਵਿੱਚ ਫੌਜ ਲੈ ਕੇ ਆਉਂਦਾ ਤੇ ਕਿਲੇ ਨੂੰ ਢਵਾ ਦਿੰਦਾ। ਕੋਹਿਨੂਰ ਹੀਰਾ ਫਿਰ ਗੁੰਮ ਹੋ ਜਾਂਦਾ। ਕਿੰਨੇ ਚਿਰ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਹੀਰਾ ਕਿੱਥੇ ਆ। ਹਜ਼ਾਰਾਂ ਲੋਕ ਉਸ ਕਿਲੇ ਦੇ ਮਲਬੇ ਕੋਲੋਂ ਲੰਘਦੇ ਆ, ਕੋਹਿਨੂਰ ਹੀਰੇ ਦਾ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ। ਫਿਰ ਇੱਕ ਦਿਨ ਇੱਕ ਮੌਲਵੀ ਉਸ ਕਿਲੇ ਕੋਲੋਂ ਲੰਘਦਾ। ਉਹਨੂੰ ਇੱਕ ਚਮਕਦਾ ਹੋਇਆ ਪੱਥਰ ਵਿਖਾਈ ਦਿੰਦਾ ਤੇ ਉਹ ਉਸ ਪੱਥਰ ਨੂੰ ਚੱਕ ਕੇ ਮੌਲਵੀ ਆਪਣੇ ਘਰ ਲੈ ਜਾਂਦਾ। ਹੁਣ ਮੌਲਵੀ ਨੂੰ ਕੀ ਪਤਾ ਸੀ ਕਿ ਇਹ ਕੋਹਿਨੂਰ ਹੀਰਾ ਜਿਹਦੇ ਪਿੱਛੇ ਇੰਨੇ ਕਤਲ ਹੋਏ, ਬਾਦਸ਼ਾਹੀਆਂ ਜਾਂਦੀਆਂ ਰਹੀਆਂ। ਉਹ ਮੌਲਵੀ ਜਦੋਂ ਕੁਝ ਲਿਖਦਾ ਤਾਂ ਉਸ ਕਾਗਜ਼ ਤੇ ਉਸ ਹੀਰੇ ਨੂੰ ਰੱਖ ਦਿੰਦਾ। ਮਤਲਬ ਮੌਲਵੀ ਉਸ ਕੋਹਿਨੂਰ ਹੀਰੇ ਨੂੰ ਪੇਪਰ ਵੇਟ ਦੀ ਤਰ੍ਹਾਂ ਵਰਤਦਾ। ਮੌਲਵੀ ਨੂੰ ਪਤਾ ਹੀ ਨਹੀਂ ਸੀ ਕਿ ਦੁਨੀਆ ਦਾ ਸਭ ਤੋਂ ਬੇਸ਼ਕੀਮਤੀ ਹੀਰਾ ਮੇਰੇ ਕੋਲ ਆ। ਖਬਰ ਉੱਥੋਂ ਉੜਦੀ ਉੜਦੀ ਪਹੁੰਚਦੀ ਆ ਸ਼ਾਹ ਸੁਜਾ ਦੇ ਸਿਪਾਹੀਆਂ ਕੋਲ। ਸਿਪਾਹੀ ਆਉਂਦੇ ਆ ਤੇ ਮੌਲਵੀ ਤੋਂ ਹੀਰਾ ਲੈ ਜਾਂਦੇ ਆ ਤੇ ਦੇ ਦਿੰਦੇ ਆ ਸ਼ਾਹ ਸੁਜਾ ਨੂੰ। ਸ਼ਾਹ ਸੁਜਾ ਬਹੁਤ ਖੁਸ਼ ਹੁੰਦਾ ਕਿ ਹੀਰਾ ਮੇਰੇ ਕੋਲ ਆ। ਇਸ ਹੀਰੇ ਨਾਲ ਇੱਕ ਗੱਲ ਜੁੜ ਜਾਂਦੀ ਹੈ ਕਿ ਜਿਸ ਕੋਲ ਵੀ ਇਹ ਹੀਰਾ ਹੋਵੇਗਾ ਉਹ ਰਾਜ ਕਰੇਗਾ। ਇਹ ਹੀਰਾ ਜਿਸ ਕਰਕੇ ਇੰਨੇ ਕਤਲ ਹੋਏ, ਪਿਛਲੇ ਬਾਦਸ਼ਾਹਾਂ ਵਾਂਗੂ ਸ਼ਾਹ ਸੁਜਾ ਦੀਆਂ ਵੀ ਜੜ੍ਹਾਂ ਵਿੱਚ ਬਹਿ ਗਿਆ ਇਹ ਕੋਹਿਨੂਰ ਹੀਰਾ। ਉਸ ਦਾ ਜਿੰਨਾ ਵੀ ਰਾਜ ਭਾਗ ਸੀ ਉਹ ਖਤਮ ਹੋ ਗਿਆ। ਉਹਦਾ ਖਜ਼ਾਨਾ ਸਭ ਕੁਝ ਖਤਮ ਹੋ ਗਿਆ। ਪਰ ਫਿਰ ਵੀ ਉਹਨੂੰ ਆਸ ਸੀ ਕਿ ਇਹ ਕੋਹਿਨੂਰ ਹੀਰਾ ਮੇਰੇ ਨਾਲ ਵਫਾ ਕਰੂਗਾ। ਇਸ ਤੋਂ ਬਾਅਦ ਕਸ਼ਮੀਰ ਦਾ ਰਾਜਾ ਅਤੇ ਮੁਹੰਮਦ ਸ਼ਾਹ ਸੁਜਾ ਨੂੰ ਕੈਦ ਕਰ ਲੈਂਦਾ ਤੇ ਕਹਿੰਦਾ ਦੇ ਹੀਰਾ ਮੈਨੂੰ। ਹੀਰਾ ਸ਼ਾਹ ਸੁਜਾ ਕੋਲ ਹੁੰਦਾ ਹੀ ਨਹੀਂ। ਹੀਰਾ ਹੁੰਦਾ ਉਹਦੀ ਘਰਵਾਲੀ ਵਫਾ ਬੇਗਮ ਕੋਲ। ਵਫਾ ਬੇਗਮ ਨੂੰ ਜਦੋਂ ਪਤਾ ਲੱਗਦਾ ਕਿ ਮੇਰੇ ਘਰ ਵਾਲੇ ਸ਼ਾਹ ਸੁਜਾ ਨੂੰ ਕਸ਼ਮੀਰ ਦਾ ਰਾਜਾ ਕੋਹਿਨੂਰ ਹੀਰੇ ਲਈ ਤੰਗ ਕਰ ਰਿਹਾ, ਹੁਣ ਉਹ ਕੋਈ ਐਸਾ ਬੰਦਾ ਲੱਭਦੀ ਹੈ ਜਿਹੜਾ ਬਹੁਤ ਜ਼ਿਆਦਾ ਤਕੜਾ ਤੇ ਪਾਵਰਫੁਲ ਹੋਵੇ। ਉਸ ਸਮੇਂ ਪੰਜਾਬ ਵਿੱਚ ਸਭ ਤੋਂ ਪਾਵਰਫੁਲ ਦਰਬਾਰੇ ਖਾਲਸਾ ਲਾਹੌਰ ਮਹਾਰਾਜਾ ਰਣਜੀਤ ਸਿੰਘ ਸੀ। ਵਫਾ ਬੇਗਮ ਆਉਂਦੀ ਆ ਲਾਹੌਰ ਮਹਾਰਾਜਾ ਰਣਜੀਤ ਸਿੰਘ ਕੋਲ ਤੇ ਫਰਿਆਦ ਕਰਦੀ ਆ, ਆਪਣਾ ਦੁੱਖ ਦੱਸਦੀ ਆ ਕਿ ਮੇਰੇ ਘਰ ਵਾਲੇ ਸ਼ਾਹ ਸੁਜਾ ਨੂੰ ਕਸ਼ਮੀਰ ਦਾ ਰਾਜਾ ਕੋਹਿਨੂਰ ਹੀਰੇ ਲਈ ਤੰਗ ਕਰ ਰਿਹਾ। ਜੇ ਤੁਸੀਂ ਉਸ ਨੂੰ ਛੁਡਾ ਦੇਵੋ ਤਾਂ ਅਸੀਂ ਤੁਹਾਨੂੰ ਇਹ ਕੋਹਿਨੂਰ ਹੀਰਾ ਦੇ ਦੇਵਾਂਗੇ। ਮਹਾਰਾਜਾ ਰਣਜੀਤ ਸਿੰਘ ਆਪਣੇ ਜਰਨੈਲਾਂ ਨੂੰ ਨਾਲ ਲੈਂਦਾ ਤੇ ਕਸ਼ਮੀਰ ਤੇ ਹਮਲਾ ਕਰ ਦਿੰਦਾ। ਸ਼ਾਹ ਸੁਜਾ ਨੂੰ ਛੁਡਾ ਕੇ ਲੈ ਆਉਂਦਾ। ਜਦੋਂ ਮਹਾਰਾਜਾ ਰਣਜੀਤ ਸਿੰਘ ਕੋਹਿਨੂਰ ਹੀਰੇ ਦੀ ਗੱਲ ਕਰਦਾ ਤਾਂ ਵਫਾ ਬੇਗਮ ਦੇ ਦਿਲ ਵਿੱਚ ਬੇਈਮਾਨੀ ਆ ਜਾਂਦੀ ਹੈ ਤੇ ਕਹਿੰਦੀ ਕਿਹੜਾ ਹੀਰਾ। ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗੇ ਅਸੀਂ ਤੁਹਾਨੂੰ ਕੁੱਟ ਕੇ ਮਾਰ ਕੇ ਹੀਰਾ ਲੈ ਸਕਦੇ ਹਾਂ, ਪਰ ਇਹ ਸਭ ਕੁਝ ਸਾਡੇ ਧਰਮ ਵਿੱਚ ਨਹੀਂ ਆਉਂਦਾ। ਵਫਾ ਬੇਗਮ ਤੇ ਸ਼ਾਹ ਸੁਜਾ ਕੀ ਕਰਦੇ ਆ, ਇੱਕ ਨਕਲੀ ਹੀਰਾ ਤਿਆਰ ਕਰਦੇ ਆ ਤੇ ਮਹਾਰਾਜੇ ਨੂੰ ਦੇ ਦਿੰਦੇ ਆ। ਮਹਾਰਾਜਾ ਆਪਣੇ ਜੌਹਰੀ ਬੁਲਾਉਂਦਾ ਤੇ ਉਹ ਹੀਰਾ ਨਕਲੀ ਨਿਕਲਦਾ। ਜਦੋਂ ਉਹਨਾਂ ਨੂੰ ਯਾਦ ਕਰਵਾਇਆ ਜਾਂਦਾ ਕਿ ਤੁਸੀਂ ਵਾਅਦੇ ਤੋਂ ਮੁੱਕਰ ਰਹੇ ਹੋ ਤਾਂ ਸ਼ਾਹ ਸੁਜਾ ਵੀ ਸਮਝ ਗਿਆ ਕਿ ਹੁਣ ਤਾਂ ਹੀਰਾ ਦੇਣਾ ਹੀ ਪਊਗਾ ਤੇ ਉਹ ਹੀਰਾ ਆ ਜਾਂਦਾ ਮਹਾਰਾਜਾ ਰਣਜੀਤ ਸਿੰਘ ਕੋਲ। ਕੋਹਿਨੂਰ ਹੀਰਾ ਜ਼ਿਆਦਾ ਮਸ਼ਹੂਰ ਉਦੋਂ ਹੀ ਹੋਇਆ ਜਦੋਂ ਮਹਾਰਾਜਾ ਰਣਜੀਤ ਸਿੰਘ ਕੋਲ ਆਇਆ। ਮਹਾਰਾਜਾ ਰਣਜੀਤ ਸਿੰਘ ਉਸ ਹੀਰੇ ਨੂੰ ਆਪਣੀ ਪੱਗ ਵਿੱਚ ਲਗਾ ਕੇ ਰੱਖਦੇ ਸੀ। ਪੂਰੇ ਜਾਹੋ ਜਲਾਲ ਨਾਲ ਲਾਹੌਰ ਦੀਆਂ ਗਲੀਆਂ ਵਿੱਚ ਜਲੂਸ ਕੱਢਿਆ ਜਾਂਦਾ ਤੇ ਲੋਕਾਂ ਨੂੰ ਕੋਹਿਨੂਰ ਹੀਰਾ ਵਿਖਾਇਆ ਜਾਂਦਾ। ਮਹਾਰਾਜਾ ਰਣਜੀਤ ਸਿੰਘ ਨੂੰ ਖੱਬੀ ਅੱਖ ਤੋਂ ਨਹੀਂ ਦਿਸਦਾ ਸੀ ਤੇ ਖਾਸ ਮੌਕਿਆਂ ਤੇ ਉਹ ਹੀਰਾ ਆਪਣੀ ਸੱਜੀ ਬਾਂਹ ਤੇ ਬੰਨ੍ਹ ਕੇ ਰੱਖਦੇ ਸੀ। ਨਹੀਂ ਤਾਂ ਇਹ ਹੀਰਾ ਰੱਖਿਆ ਜਾਂਦਾ ਸੀ ਗੋਬਿੰਦਗੜ੍ਹ ਦੇ ਕਿਲੇ ਵਿੱਚ।
ਇੱਕ ਤੋਂ ਬਾਅਦ ਇੱਕ ਅਲੱਗ-ਅਲੱਗ ਕਿਲਿਆਂ ਵਿੱਚ ਰੱਖਿਆ ਜਾਂਦਾ ਸੀ। ਇਹ ਹੀਰਾ ਕਦੇ ਵੀ ਕੋਹਿਨੂਰ ਹੀਰਾ ਇੱਕ ਕਿਲੇ ਵਿੱਚ ਨਹੀਂ ਸੀ ਰੱਖਿਆ ਜਾਂਦਾ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਸੀ ਕੋਹਿਨੂਰ ਦੇ ਇਤਿਹਾਸ ਬਾਰੇ। ਜਦੋਂ ਹੀਰਾ ਇੱਕ ਕਿਲੇ ਤੋਂ ਦੂਜੇ ਕਿਲੇ ਵਿੱਚ ਲਿਜਾਇਆ ਜਾਂਦਾ ਤਾਂ 40-45 ਊਠ ਤਿਆਰ ਕੀਤੇ ਜਾਂਦੇ, ਬਿਲਕੁਲ ਇੱਕੋ ਜਿਹੇ, ਤੇ ਨਾਲ ਜਾਂਦੇ ਸੀ ਸਿੱਖ ਫੌਜ ਦੇ ਸਭ ਤੋਂ ਤਾਕਤਵਰ ਸਿਪਾਹੀ। ਕਿਸੇ ਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਇਹ ਹੀਰਾ ਕਿਸ ਊਠ 'ਤੇ ਆ। ਸਮਾਂ ਅੱਗੇ ਚੱਲਦਾ ਗਿਆ। ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਦਿਨ ਬੁਖਾਰ ਹੋਇਆ ਤੇ ਅਧਰੰਗ ਦਾ ਦੌਰਾ ਪਿਆ। ਲਗਾਤਾਰ 3 ਦੌਰੇ ਪਏ। ਖਾਲਸਾ ਰਾਜ ਵਿੱਚ ਵੀ ਗੱਦੀ ਨੂੰ ਲੈ ਕੇ ਕਤਲੇਆਮ ਤੇ ਧੋਖਾਧੜੀ ਚੱਲੀ। ਅਖੀਰ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਪੁੱਤਰ ਖੜਕ ਸਿੰਘ ਨੂੰ ਮਹਾਰਾਜਾ ਬਣਾ ਦਿੱਤਾ ਗਿਆ। ਮਹਾਰਾਜਾ ਖੜਕ ਸਿੰਘ ਨੂੰ ਵੀ ਸਾਜ਼ਿਸ਼ ਦੇ ਤਹਿਤ ਮਾਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਕੰਵਰ ਨਿਹਾਲ ਸਿੰਘ ਨੂੰ ਵੀ ਡੋਗਰਿਆਂ ਨੇ ਛੱਜਾ ਸਿੱਟ ਕੇ ਮਾਰ ਦਿੱਤਾ। ਬਹੁਤ ਥੋੜੇ ਸਮੇਂ ਵਿੱਚ ਹੀ ਮਹਾਰਾਜੇ ਦਾ ਪਰਿਵਾਰ ਖਤਮ ਹੋਣ ਲੱਗਿਆ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਪਤਨੀ ਮਹਾਰਾਣੀ ਜਿੰਦ ਕੌਰ ਦੇ ਪੁੱਤਰ ਦਲੀਪ ਸਿੰਘ ਨੂੰ ਮਹਾਰਾਜਾ ਬਣਾਇਆ ਗਿਆ। ਦਰਬਾਰ ਦੇ ਕੁਝ ਲੋਕਾਂ ਦੀ ਗਦਾਰੀ ਕਰਕੇ ਪੰਜਾਬ ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਜਾਂਦਾ। ਛੋਟੇ ਜਿਹੇ ਮਹਾਰਾਜਾ ਦਲੀਪ ਸਿੰਘ ਤੋਂ ਸਾਈਨ ਕਰਵਾ ਲਏ ਗਏ ਤੇ ਪੰਜਾਬ ਤੇ ਕੋਹਿਨੂਰ ਹੀਰਾ ਅੰਗਰੇਜ਼ਾਂ ਦਾ ਹੋ ਗਿਆ। ਲਾਰਡ ਡਲਹੌਜੀ ਆਪ ਹੀਰਾ ਲੈਣ ਲਾਹੌਰ ਆਇਆ। ਉਹਨੇ ਚਮੜੇ ਦੀ ਬੈਲਟ ਬਣਵਾਈ ਤੇ ਉਸ ਬੈਲਟ ਵਿੱਚ ਹੀਰਾ ਲੁਕੋ ਕੇ ਲੈ ਗਿਆ ਇੰਗਲੈਂਡ। ਜਦੋਂ ਕਲਕੱਤੇ ਤੋਂ ਜਹਾਜ਼ ਤੁਰਿਆ ਤਾਂ 1 ਹਫ਼ਤੇ ਵਿੱਚ ਹੀ ਜਹਾਜ਼ ਵਿੱਚ ਸਵਾਰ ਸਾਰੇ ਲੋਕ ਬਿਮਾਰ ਹੋ ਜਾਂਦੇ ਆ। ਦੂਜੇ ਹਫ਼ਤੇ ਜਹਾਜ਼ ਵਿੱਚ ਕੋਈ ਬਿਮਾਰੀ ਫੈਲ ਜਾਂਦੀ ਆ। ਲੋਕ ਇੰਨੇ ਬਿਮਾਰ ਹੋ ਜਾਂਦੇ ਆ ਕਿ ਰਸਤੇ ਵਿੱਚ ਹੀ ਜਹਾਜ਼ ਨੂੰ ਮੌਰੀਸ਼ੀਅਸ ਦੇਸ਼ ਵਿੱਚ ਰੋਕਣਾ ਪਿਆ। ਜਹਾਜ਼ ਵਿੱਚ ਸਵਾਰ ਕਿਸੇ ਨੂੰ ਵੀ ਕੋਹਿਨੂਰ ਹੀਰੇ ਬਾਰੇ ਪਤਾ ਨਹੀਂ ਸੀ, ਬਿਨਾਂ ਕੈਪਟਨ ਤੋਂ। ਅਖੀਰ ਡਿੱਗਦਾ ਢਹਿੰਦਾ ਜਹਾਜ਼ ਪਹੁੰਚ ਜਾਂਦਾ ਇੰਗਲੈਂਡ। ਇੰਗਲੈਂਡ ਦੀ ਧਰਤੀ 'ਤੇ ਕੋਹਿਨੂਰ ਹੀਰੇ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਸੀ। ਇਹ ਹੀਰਾ ਸੌਂਪਿਆ ਗਿਆ ਸ਼ਾਹੀ ਪਰਿਵਾਰ ਨੂੰ। ਮਹਾਰਾਜਾ ਦਲੀਪ ਸਿੰਘ ਨੂੰ ਵੀ ਇੰਗਲੈਂਡ ਲਿਜਾਇਆ ਗਿਆ। ਇੰਗਲੈਂਡ ਆਪਣੇ ਆਪ ਨੂੰ ਬਹੁਤ ਤਾਕਤਵਰ ਸ਼ੋਅ ਕਰ ਰਿਹਾ ਸੀ ਕਿ ਸਾਡੇ ਕੋਲ ਹੈ ਕੋਹਿਨੂਰ ਹੀਰਾ। 2 ਸਾਲਾਂ ਬਾਅਦ ਕੋਹਿਨੂਰ ਹੀਰਾ ਲੋਕਾਂ ਨੂੰ ਦਿਖਾਉਣ ਦਾ ਫੈਸਲਾ ਕੀਤਾ ਗਿਆ। ਕ੍ਰਿਸਟਲ ਪੈਲਸ ਦੇ ਵਿੱਚ ਕੋਹਿਨੂਰ ਹੀਰੇ ਦੀ ਪ੍ਰਦਰਸ਼ਨੀ ਲਾਈ ਗਈ। ਉਸ ਸਮੇਂ ਇਤਿਹਾਸਕਾਰਾਂ ਨੇ ਇਹ ਗੱਲ ਵੀ ਲਿਖੀ ਕਿ ਕੋਹਿਨੂਰ ਹੀਰੇ ਨੂੰ ਵੇਖਣ ਲਈ ਕ੍ਰਿਸਟਲ ਪੈਲਸ ਦੇ ਬਾਹਰ ਲੋਕਾਂ ਦੀਆਂ ਕਈ ਕਿਲੋਮੀਟਰ ਲੰਬੀਆਂ ਲਾਈਨਾਂ ਲੱਗ ਗਈਆਂ। ਜਦੋਂ ਲੋਕਾਂ ਨੇ ਕੋਹਿਨੂਰ ਹੀਰੇ ਨੂੰ ਵੇਖਿਆ ਤਾਂ ਕਹਿਣ ਲੱਗੇ ਕਿ ਤੁਸੀਂ ਸਾਡੇ ਨਾਲ ਮਜ਼ਾਕ ਕੀਤਾ। ਆਹ ਸੀ ਕੋਹਿਨੂਰ ਹੀਰਾ ਜਿਸ ਪਿੱਛੇ ਇੰਨਾ ਹੱਲਾ ਗੁੱਲਾ ਮਚਾ ਰੱਖਿਆ ਸੀ। ਲੇਖਕਾਂ ਨੇ ਇਹ ਵੀ ਲਿਖਿਆ ਕਿ ਕੋਹਿਨੂਰ ਹੀਰਾ ਉਸ ਟਾਈਮ ਆਪਣੀ ਚਮਕ ਗਵਾ ਚੁੱਕਿਆ ਸੀ। ਸ਼ਾਹੀ ਪਰਿਵਾਰ ਨੇ ਇਸ ਨੂੰ ਆਪਣੀ ਬੇਇੱਜ਼ਤੀ ਸਮਝੀ। ਮਹਾਰਾਣੀ ਵਿਕਟੋਰੀਆ ਦੇ ਪਤੀ ਨੇ ਕੋਹਿਨੂਰ ਹੀਰਾ ਤਰਾਸ਼ਣ ਲਈ ਗਿਆ। ਬਹੁਤ ਸਾਰੇ ਜੌਹਰੀ ਮੰਗਵਾਏ ਗਏ ਹੀਰਾ ਤਰਾਸ਼ਣ ਲਈ। ਫਿਰ ਹੀਰਾ ਤਰਾਸ਼ਿਆ ਗਿਆ। 186 ਕੈਰਟ ਤੋਂ ਹੀਰਾ ਘਟ ਕੇ 105.6 ਕੈਰਟ ਦਾ ਰਹਿ ਗਿਆ। 793 ਕੈਰਟ ਤੋਂ ਘਟਦਾ ਹੀਰਾ 105 ਕੈਰਟ ਦਾ ਹੀ ਰਹਿ ਗਿਆ। ਇਸ ਹੀਰੇ ਨੇ ਸਭ ਤੋਂ ਪਹਿਲਾਂ ਬਰਬਾਦ ਕੀਤਾ ਅਲਾਉਦੀਨ ਖਿਲਜੀ ਨੂੰ, ਤੇ ਉਸ ਤੋਂ ਬਾਅਦ ਹੀਰਾ ਜਿਨ੍ਹਾਂ ਕੋਲ ਵੀ ਗਿਆ ਸਭ ਨੂੰ ਖਤਮ ਕਰਦਾ ਗਿਆ ਤੇ ਸਭ ਦੇ ਰਾਜ ਭਾਗ ਖਤਮ ਕਰ ਦਿੱਤੇ। ਇਹ ਹੀਰਾ ਜਿਸ ਕੋਲ ਵੀ ਗਿਆ ਉਸ ਨੂੰ ਬਰਬਾਦ ਹੀ ਕਰ ਗਿਆ, ਸਣੇ ਉਸ ਦਾ ਰਾਜ ਭਾਗ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਇਹ ਹੀਰਾ ਇੰਗਲੈਂਡ ਕੋਲ ਆ, ਉਹ ਕਿਉਂ ਨਹੀਂ ਬਰਬਾਦ ਹੋਇਆ। ਕਈ ਲੇਖਕ ਇਹ ਵੀ ਲਿਖਦੇ ਆ ਕਿ ਕੋਹਿਨੂਰ ਹੀਰੇ ਨਾਲ ਕੁਝ ਨਹੀਂ ਹੋਇਆ, ਪਰ ਸੋਚਣ ਵਾਲੀ ਗੱਲ ਤਾਂ ਇਹ ਆ ਕਿ ਇਹ ਹੀਰਾ ਆਉਣ ਤੋਂ ਬਾਅਦ ਹੀ ਸਭ ਦੀ ਕਿਸਮਤ ਬਦਲ ਗਈ। ਹੋ ਸਕਦਾ ਇਹ ਹੀਰਾ ਇੱਕ ਔਰਤ ਦੇ ਕੋਲ ਆਉਣ ਕਰਕੇ ਉਹਨਾਂ ਦਾ ਰਾਜ ਭਾਗ ਬਣਿਆ ਰਿਹਾ। ਦੋਸਤੋ, ਤੁਹਾਨੂੰ ਕੀ ਲੱਗਦਾ? ਕੋਹਿਨੂਰ ਹੀਰੇ ਕਰਕੇ ਹੀ ਸਭ ਦਾ ਰਾਜ ਭਾਗ ਖਤਮ ਹੋ ਗਿਆ? ਆਪਣੀ ਰਾਏ ਤੁਸੀਂ ਕਮੈਂਟਾਂ ਦੇ ਵਿੱਚ ਵੀ ਦੇ ਸਕਦੇ ਹੋ। ਵੀਡੀਓ ਨੂੰ ਲਾਸਟ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ। ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ। ਮਿਲਦੇ ਹਾਂ ਕਿਸੇ ਦੂਜੀ ਵੀਡੀਓ ਦੇ ਵਿੱਚ ਕੁਝ ਨਵਾਂ ਲੈ ਕੇ।